ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਡਿਸਕ੍ਰਾਈਬ ਇਮੇਜ ਪਾਰਟ 3 ਲੈ ਕੇ। ਤੇ ਇਹਦੇ ਵਿੱਚ ਮੈਂ ਡਿਸਕਸ ਕਰਾਂਗੀ ਤੁਹਾਡੇ ਨਾਲ ਕਿ ਆਪਾਂ ਜਿਹੜੀਆਂ ਡਿਫਰੈਂਟ ਇਮੇजेस ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਦੀਆਂ ਇਮੇजेस ਤੁਹਾਨੂੰ ਸ਼ੋ ਹੋਣਗੀਆਂ ਫਾਈਨਲ ਦੇ ਵਿੱਚ, ਤੇ ਉਹਨਾਂ ਨੂੰ ਡਿਸਕ੍ਰਾਈਬ ਕਿਵੇਂ ਕਰਨਾ ਹੈ, ਕਿ ਮੀਨਸ ਤੁਸੀਂ ਕਿਹੜੇ ਪੁਆਇੰਟਸ ਦਾ ਧਿਆਨ ਰੱਖਣਾ ਹੈ ਜਦੋਂ ਉਹਨਾਂ ਨੂੰ ਡਿਸਕ੍ਰਾਈਬ ਕਰਨਾ ਹੈ। ਤੇ ਇਹ ਵੀਡੀਓ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣੀ ਹੈ, ਕਿਉਂਕਿ ਇਹਦੇ 'ਚ ਸਾਰੀਆਂ ਇਮੇजेस ਹੀ ਕਵਰ ਹੋਣਗੀਆਂ। ਜੇ ਅੱਜ ਨਹੀਂ ਹੋਈਆਂ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੀ। ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਦੀ ਹਾਂ ਬਾਰ ਗ੍ਰਾਫ ਦੀ, ਜੋ ਪਹਿਲੀ ਟਾਈਪ ਹੁੰਦੀ ਹੈ ਇਮੇਜ ਦੇ ਵਿੱਚ, ਕਿ ਤੁਸੀਂ ਬਾਰ ਗ੍ਰਾਫ ਨੂੰ ਕਿਵੇਂ ਪ੍ਰੈਜ਼ੈਂਟ ਕਰਨਾ ਹੈ, ਕਿਵੇਂ ਡਿਸਕ੍ਰਾਈਬ ਕਰਨਾ ਹੈ, ਸਪੀਕਿੰਗ ਦੇ ਵਿੱਚ ਤੁਸੀਂ ਕਿਵੇਂ ਬੋਲਣਾ ਹੈ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਹੈਡਿੰਗ ਦੱਸਣਾ ਹੈ, ਇਮੇਜ ਦਾ ਹੈਡਿੰਗ ਕੀ ਹੈਗਾ। ਤੇ ਇੱਥੇ ਤੁਹਾਨੂੰ ਸਭ ਨੂੰ ਵਿਜ਼ੀਬਲ ਹੈ ਕਿ ਇਮੇਜ ਦਾ ਹੈਡਿੰਗ ਹੈਗਾ ਬ੍ਰਿਟਿਸ਼ ਕੋਲੰਬੀਆ ਕਾਫੀ ਐਂਡ ਟੀ ਮੈਨੂਫੈਕਚਰਿੰਗ ਸੇਲਸ ਟੋਟਲਸ 2018। ਮਤਲਬ ਇਹ ਤੁਸੀਂ ਇਮੇਜ ਦਾ ਹੈਡਿੰਗ ਦੇ ਸਕਦੇ ਹੋ। ਤੇ ਨੈਕਸਟ ਤੁਸੀਂ ਟੋਟਲਸ 2018 ਇਮੇਜ ਦੇ ਨਾਲ ਵੀ ਬੋਲ ਸਕਦੇ ਹੋ, ਬਟ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਅਗਲੇ ਪੁਆਇੰਟ ਦੇ ਵਿੱਚ ਇਹਨੂੰ ਕਵਰ ਕਰਨਾ ਹੈ ਤਾਂ ਤੁਸੀਂ ਨੈਕਸਟ ਪੁਆਇੰਟ ਦੇ ਵਿੱਚ ਵੀ ਇਹਨੂੰ ਕਵਰ ਕਰ ਸਕਦੇ ਹੋ। ਸੋ ਫਰਸਟ ਪੁਆਇੰਟ ਹੋ ਗਿਆ ਇਮੇਜ ਦਾ ਹੈਡਿੰਗ, ਤੁਸੀਂ ਹੈਡਿੰਗ ਦੱਸਤਾ। ਤੇ ਸੈਕਿੰਡ ਤੁਸੀਂ ਦੱਸਣਾ ਹੈ ਕਿ ਇਮੇਜ ਐਕਸ ਐਕਸਿਸ ਤੇ ਕੀ ਰਿਪਰੈਜ਼ੈਂਟ ਕਰ ਰਹੀ ਹੈ ਤੇ ਵਾਈ ਐਕਸਿਸ ਤੇ ਕੀ ਕਰ ਰਹੀ ਹੈ। ਤੇ ਐਕਸ ਐਕਸਿਸ ਤੁਹਾਡੀ ਇਹ ਵਾਲੀ ਐਕਸਿਸ ਹੈਗੀ ਹੈ। ਤੇ ਜੋ ਤੁਹਾਨੂੰ ਇੱਥੇ ਨਾਮ ਪਤਾ ਚੱਲ ਰਹੇ ਹੈ, ਬਟ ਕਈ ਵਾਰ ਹੁੰਦਾ ਕਿ ਜਿਵੇਂ ਇੱਥੇ ਤਾਂ ਲਿਖਿਆ ਹੋਇਆ ਕਿ ਐਕਸ ਐਕਸਿਸ ਤੇ ਮੰਥ ਰਿਪਰੈਜ਼ੈਂਟ ਹੋ ਰਿਹਾ ਹੈ, ਬਟ ਇਨ ਕੇਸ ਅਗਰ ਉੱਥੇ ਨਹੀਂ ਲਿਖ ਰਿਹਾ ਤਾਂ ਤੁਹਾਨੂੰ ਇੱਥੇ ਪਤਾ ਕਿ ਉਹਨਾਂ ਨੇ ਲਿਖਿਆ ਹੋਇਆ ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਤਾਂ ਤੁਸੀਂ ਮੰਥ ਬੋਲ ਸਕਦੇ ਹੋ। ਸੋ ਤੁਸੀਂ ਇੱਥੇ ਮੰਥ ਬੋਲਣਾ ਹੈ। ਤੇ ਵਾਈ ਐਕਸਿਸ ਤੇ ਉਹ ਡਾਲਰਸ ਦੀ ਵੈਲਿਊ ਰਿਪਰੈਜ਼ੈਂਟ ਕਰ ਰਿਹਾ ਹੈ। ਸੋ ਦਿਸ ਇਮੇਜ ਰਿਪਰੈਜ਼ੈਂਟ ਔਨ ਐਕਸ ਐਕਸਿਸ ਮੰਥ ਐਂਡ ਔਨ ਵਾਈ ਐਕਸਿਸ ਡਾਲਰਸ। ਮੀਨਸ ਇਹ ਐਕਸ ਐਕਸਿਸ ਤੇ ਵਾਈ ਐਕਸਿਸ ਦੱਸਦਾ। ਤੇ ਹੁਣ ਉਸ ਤੋਂ ਬਾਅਦ ਜਿਹੜੇ ਮੰਥਸ ਨੇ ਤੁਸੀਂ ਉਹ ਦੱਸ ਸਕਦੇ ਹੋ ਕਿ ਅਗਸਤ ਹੈ, ਸੈਪਟੰਬਰ ਹੈ, ਅਕਤੂਬਰ ਹੈ, ਨਵੰਬਰ ਐਂਡ ਦਸੰਬਰ ਹੈ। ਸੋ ਉਸ ਤੋਂ ਬਾਅਦ ਤੁਸੀਂ ਨੈਕਸਟ ਪੁਆਇੰਟ ਦੱਸਣਾ ਹੈ ਕਿ ਕਿਸ ਮੰਥ ਦੇ ਵਿੱਚ ਇਹ ਮੈਕਸਿਮਮ ਵੈਲਿਊ ਰਿਪਰੈਜ਼ੈਂਟ ਕਰ ਰਿਹਾ ਤੇ ਕਿਸ ਮੰਥ ਦੇ ਵਿੱਚ ਮਿਨੀਮਮ ਵੈਲਿਊ ਰਿਪਰੈਜ਼ੈਂਟ ਕਰ ਰਿਹਾ। ਸੋ ਜਿਵੇਂ ਕਿ ਨਵੰਬਰ ਹੈਗਾ, ਸਾਨੂੰ ਬਿਲਕੁਲ ਦਿਖ ਰਿਹਾ ਇੱਥੇ ਕਿ ਨਵੰਬਰ ਦੇ ਵਿੱਚ ਇਹ ਮੈਕਸਿਮਮ ਵੈਲਿਊ ਸ਼ੋ ਕਰ ਰਿਹਾ ਹੈ, ਜੋ ਕਿ ਅਪਰੋਕਸੀਮੇਟ $35,000 ਹੈ। ਬਟ ਇਨ ਕੇਸ ਜਿਵੇਂ ਇੱਥੇ 35 ਤੋਂ ਇੱਕ ਲਾਈਨ ਉੱਪਰ ਹੈ, ਤੇ ਜਿਹੜਾ ਆਹ ਵਾਲਾ ਪੈਰਾਗ੍ਰਾਫ ਹੈ ਮੀਨਸ ਉਹ 5 ਲਾਈਨਸ ਦੇ ਵਿੱਚ ਡਿਵਾਈਡ ਹੋਏਗਾ, ਜਿਵੇਂ 35, 36, 37, 38, 39 and 40. Then you can say it represent the maximum value in the November, that is $36,000, and minimum value in the September. You can also write in the comment box ਕਿ ਤੁਹਾਨੂੰ ਮੈਕਸਿਮਮ ਕਿਸ ਦੇ ਵਿੱਚ ਪਤਾ ਚੱਲਿਆ ਹੈ ਤੇ ਮਿਨੀਮਮ ਕਿਸ ਦੇ ਵਿੱਚ ਪਤਾ ਚੱਲਿਆ ਹੈ। ਸੋ ਸਿਮਿਲਰਲੀ ਇਨ ਕੇਸ ਆਫ ਸੈਪਟੰਬਰ ਇਟ ਸ਼ੋਜ਼ the minimum value and its minimum value is $21,000. ਤੇ ਇੱਥੇ ਐਜ਼ ਇਟ ਇਜ਼ ਉਹ 20,000 ਲਾਈਨ ਦੇ ਉੱਪਰ ਨਹੀਂ ਹੈਗਾ, ਇੱਕ ਪੁਆਇੰਟ ਲਾਈਨ ਤੋਂ ਅਬਵ ਹੈਗਾ। ਸੋ ਇਹ 21,000 ਤੁਸੀਂ ਬੋਲੋਗੇ, 20,000 ਐਜ਼ ਇਟ ਇਜ਼ ਨਹੀਂ ਬੋਲੋਗੇ। ਸੋ ਇਸ ਤੋਂ ਬਾਅਦ ਤੁਸੀਂ ਇਮੇਜ ਨੂੰ ਕਨਕਲੂਡ ਕਰਨਾ ਹੈ। ਜੇ ਤਾਂ ਤੁਸੀਂ ਆਪਣੇ ਵਰਡਸ ਦੇ ਵਿੱਚ ਇਮੇਜ ਨੂੰ ਕਨਕਲੂਡ ਕਰ ਸਕਦੇ ਹੋ। ਇਹ ਇੱਕ ਹੋਰ ਪੁਆਇੰਟ ਜੋ ਮੈਂ ਤੁਹਾਨੂੰ ਇੱਥੇ ਦੱਸਣਾ ਭੁੱਲ ਗਈ, ਕਿ ਇਹ ਤਾਂ ਤੁਸੀਂ ਦੱਸਤਾ ਕਿ ਮੈਕਸਿਮਮ ਇੱਥੇ ਹੋ ਗਿਆ ਤੇ ਮਿਨੀਮਮ ਸਤੰਬਰ ਦੇ ਵਿੱਚ ਹੋ ਗਿਆ। ਦੈਨ ਨੈਕਸਟ ਪੁਆਇੰਟ ਯੂ ਕੈਨ ਸੇ ਕਿ ਅਦਰ ਐਲੀਮੈਂਟਸ ਲਾਈ ਇਨ ਬਿਟਵੀਨ ਥੀਸ ਟੂ ਵੈਲਿਊਜ਼, ਕਿਉਂਕਿ ਜੋ ਮਿਨੀਮਮ ਔਰ ਮੈਕਸਿਮਮ ਦੇ ਵਿੱਚ ਆਏਗਾ ਉਹ ਅਦਰ ਵੈਲਿਊਜ਼ ਹੋਣਗੀਆਂ, ਜਿਵੇਂ ਅਗਸਤ ਹੋ ਗਿਆ, ਅਕਤੂਬਰ ਹੋ ਗਿਆ ਐਂਡ ਦਸੰਬਰ, ਇਹ ਇਹਨਾਂ ਦੇ ਵਿੱਚ ਮਤਲਬ ਉਹ ਇਨ ਬਿਟਵੀਨ ਆਏਗਾ। ਤੇ ਉਸ ਤੋਂ ਬਾਅਦ ਜੇ ਤੁਸੀਂ ਆਪਣੇ ਵਰਡਸ ਦੇ ਵਿੱਚ ਇਮੇਜ ਨੂੰ ਕਨਕਲੂਡ ਕਰ ਸਕਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਇਨ ਕੇਸ ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਮੈਂ ਕਨਕਲੂਜ਼ਨ ਦੇ ਵਿੱਚ ਕੀ ਬੋਲਣਾ ਹੈ, then at the end you can say ਕਿ image is very informative and image is giving the information about the coffee and tea manufacturing sales, means total 2018 ਦੀ ਜਿੰਨੀ ਵੀ ਕਾਫੀ ਔਰ ਟੀ ਦੀ ਮੈਨੂਫੈਕਚਰਿੰਗ ਹੈਗੀ ਹੈ ਉਹਦੇ ਬਾਰੇ ਸਾਨੂੰ ਇਹ ਇਨਫੋਰਮੇਸ਼ਨ ਦੇ ਰਿਹਾ। ਸੋ ਤੁਸੀਂ ਇਹ ਚੀਜ਼ ਵੀ ਬੋਲ ਸਕਦੇ ਹੋ। ਸੋ ਇਹ ਐਗਜ਼ਾਮਪਲ ਸਿਰਫ ਬਾਰ ਗ੍ਰਾਫ ਦਾ ਸੀਗਾ ਕਿ ਬਾਰ ਗ੍ਰਾਫ ਨੂੰ ਤੁਸੀਂ ਕਿਵੇਂ ਬੋਲਣਾ ਹੈ। ਤੇ ਨੈਕਸਟ ਆਪਾਂ ਗੱਲ ਕਰਦੇ ਹਾਂ ਲਾਈਨ ਗ੍ਰਾਫ ਦੀ, ਜੋ ਤੁਹਾਨੂੰ ਇਮੇਜ ਦੇ ਵਿੱਚ ਸ਼ੋ ਹੋ ਰਿਹਾ ਹੈ। ਲਾਈਨ ਗ੍ਰਾਫ ਹਮੇਸ਼ਾ ਐਵੇਂ ਹੀ ਸ਼ੋ ਹੁੰਦਾ ਹੈ। ਤੇ ਇਸ ਤੋਂ ਵਿੱਚ ਤੁਹਾਨੂੰ ਐਜ਼ ਮਤਲਬ ਜਿਹੜਾ ਇਹਦਾ ਟਾਈਟਲ ਹੈਗਾ ਇਮੇਜ ਦਾ ਉਹ ਬਿਲਕੁਲ ਕਲੀਅਰ ਹੈਗਾ। ਟਾਈਟਲ ਤੁਹਾਨੂੰ ਕੀ ਦੱਸ ਰਿਹਾ, UK ਹਾਊਸ ਪ੍ਰਾਈਸ grow at fastest rate since August 2007, means this is the title of the image ਜੋ ਤੁਹਾਨੂੰ ਬੋਲਡ ਕੀਤਾ ਹੋਇਆ ਹੈ। ਜੋ ਵੀ ਤੁਹਾਡੇ ਗ੍ਰਾਫਸ ਹੋਣਗੇ, ਚਾਹੇ ਬਾਰ ਗ੍ਰਾਫ ਹੈ, ਲਾਈਨ ਗ੍ਰਾਫ ਹੈ, ਪਾਈ ਗ੍ਰਾਫ ਹੈ, ਹਰ ਦੇ ਵਿੱਚ ਜਿਹੜਾ ਟਾਈਟਲ ਹੈ ਉਹ ਗਿਵਨ ਹੁੰਦਾ ਹੀ ਹੈ। ਮੀਨਸ ਟਾਈਟਲ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ ਫੋਟੋ ਦੇ ਵਿੱਚ ਆਉਂਦੀ ਹੈ ਕਿ ਫੋਟੋ 'ਚ ਤੁਸੀਂ ਕੀ ਬੋਲਣਾ ਹੈ। ਸੋ UK ਹਾਊਸ ਪ੍ਰਾਈਸ
ਜਿਹੜਾ ਹੈਗਾ ਇਹ ਟਾਈਟਲ ਹੋ ਗਿਆ। ਤੇ ਨੈਕਸਟ ਪੁਆਇੰਟ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਐਕਸ ਐਕਸਿਸ ਤੇ ਕੀ ਰਿਪਰੈਜ਼ੈਂਟ ਕਰ ਰਿਹਾ ਹੈ ਤੇ ਵਾਈ ਐਕਸਿਸ ਦੇ ਵਿੱਚ ਕੀ ਰਿਪਰੈਜ਼ੈਂਟ ਕਰ ਰਿਹਾ ਹੈ। ਹੁਣ ਐਕਸ ਐਕਸਿਸ ਦੇ ਵਿੱਚ ਤੁਹਾਨੂੰ ਇਹਨੇ ਈਅਰਸ ਨਹੀਂ ਲਿਖੇ ਹੋਏ, ਸੋ ਅੰਡਰਸਟੂਡ ਹੈਗਾ ਇੱਥੇ। ਜਿਵੇਂ ਪਹਿਲਾਂ ਉਹਨੇ 2006 ਦਿੱਤਾ ਹੈ, ਫਿਰ 2009 ਹੈ, then 2012, 15, 18 to 2021, then you can say कि it shows years on x axis और y axis ਤੇ ਉਹ ਕੀ ਵੈਲਿਊ ਰਿਪਰੈਜ਼ੈਂਟ ਕਰ ਰਿਹਾ ਹੈ 12 month percentage change। ਮੀਨਸ ਜੋ ਵੀ 12 ਮੰਥ ਦੀ ਪਰਸੈਂਟੇਜ ਚੇਂਜ ਹੋ ਰਹੀ ਹੈ ਉਸ ਚੀਜ਼ ਨੂੰ ਉਹ ਵਾਈ ਐਕਸਿਸ ਦੇ ਰਿਪਰੈਜ਼ੈਂਟ ਕਰ ਰਿਹਾ ਹੈ ਤੇ ਐਕਸ ਐਕਸਿਸ ਤੇ ਉਹ ਈਅਰਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਇਨ ਕੇਸ ਅਗਰ ਤੁਸੀਂ ਥੋੜਾ ਕੰਟੈਂਟ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹੋ, ਕਿਉਂਕਿ ਈਅਰ ਜਿਹੜਾ ਵਰਡ ਹੈਗਾ ਉਹ ਇਮੇਜ ਦੇ ਵਿੱਚ ਨਹੀਂ ਸ਼ੋ ਹੋ ਰਿਹਾ, ਸੋ ਤੁਸੀਂ ਨਹੀਂ ਕਹਿ ਸਕਦੇ ਕਿ ਉਹ ਤੁਹਾਡਾ ਮਤਲਬ ਫਾਈਨਲ ਦੇ ਵਿੱਚ ਕੰਟੈਂਟ ਦੇ ਵਿੱਚ ਕਵਰ ਹੋਏਗਾ ਜਾਂ ਨਹੀਂ ਹੋਏਗਾ। ਈਅਰ ਅਗਰ ਤੁਸੀਂ ਫਲੂਐਂਸੀ ਤੇ ਪ੍ਰੋਨੰਸੀਏਸ਼ਨ ਦੀ ਗੱਲ ਕਰੋ ਤਾਂ ਉੱਥੇ ਤਾਂ ਕਾਊਂਟ ਹੋ ਰਿਹਾ ਹੈ, ਬਟ ਕੰਟੈਂਟ ਤਾਂ ਉਹੀ ਹੈ ਨਾ ਜੋ ਇਮੇਜ ਦੇ ਵਿੱਚ ਲਿਖਿਆ ਹੋਇਆ ਹੈ। ਸੋ ਤੁਸੀਂ ਆਪਣੇ ਕੰਟੈਂਟ ਨੂੰ ਥੋੜਾ ਇੰਪਰੂਵ ਕਰਨ ਵਾਸਤੇ, ਬਟ ਇਹ ਇੱਕ ਦਿਨ ਚ ਨਹੀਂ ਹੋਏਗਾ, ਜਦੋਂ ਤੁਸੀਂ ਪ੍ਰੈਕਟਿਸ ਕਰੋਗੇ then you can say ਕਿ it shows the years on x axis which varies from 2006 2009 to 2021, means ਤੁਸੀਂ 3-4 years mention ਕਰ ਸਕਦੇ ਹੋ। ਸਿਮਿਲਰਲੀ ਜੇ ਤੁਸੀਂ y ਐਕਸਿਸ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ y ਐਕਸਿਸ 'ਚ ਬੋਲ ਰਹੇ ਹੋ 12 ਮੰਥ ਪਰਸੈਂਟੇਜ ਚੇਂਜ। ਜਿਹੜੀ ਪਰਸੈਂਟੇਜ ਚੇਂਜ ਹੋ ਰਹੀ ਹੈ ਉਹ ਕਿਵੇਂ ਹੋ ਰਹੀ ਹੈ 0%, then plus minus 5%, because on below 0% is minus 5% and above 0% it's 5%, then you can say कि it shows the percentage change like this plus minus 5%, plus minus 10%, plus minus 15%। ਇਹਦੇ ਨਾਲ ਕੀ ਹੋਏਗਾ ਤੁਹਾਡਾ ਜਿਹੜਾ ਕੰਟੈਂਟ ਹੈ ਉਹ ਕਵਰ ਹੋਏਗਾ। ਨਾਓ ਨੈਕਸਟ ਪੁਆਇੰਟ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਥੇ ਮੈਕਸਿਮਮ ਵੈਲਿਊ ਕਿੱਥੇ ਰਿਪਰੈਜ਼ੈਂਟ ਕਰ ਰਿਹਾ ਤੇ ਮਿਨੀਮਮ ਵੈਲਿਊ ਕੀ ਰਿਪਰੈਜ਼ੈਂਟ ਕਰ ਰਿਹਾ। ਸੋ ਜਿਹੜੀ ਮੈਕਸਿਮਮ ਵੈਲਿਊ ਸਾਡੇ ਕੋਲ ਉਹ ਰਿਪਰੈਜ਼ੈਂਟ ਕਰ ਰਿਹਾ ਉਹ ਕਰ ਰਿਹਾ 10.2%। ਇਨ ਈਅਰ ਕਿਹੜਾ ਇੱਥੇ ਤੁਸੀਂ ਇੱਥੋਂ ਦੇਖ ਸਕਦੇ ਹੋ in the year 2021 it shows the maximum value that is 10.2%, that is already given in the diagram। ਇੱਥੇ ਤੁਹਾਨੂੰ ਆਪਣੇ ਆਪ ਜੱਜ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜਿਹੜਾ ਅਗੇਨ ਇਹ ਸਕੇਲ ਹੈ ਇਹ 10 to 15 ਦੇ ਵਿੱਚ ਵੇਰੀ ਹੋ ਰਿਹਾ। ਇਨ ਕੇਸ ਜੇ ਉਹਨੇ ਇੱਥੇ 10.2 ਨਹੀਂ ਲਿਖਿਆ ਹੁੰਦਾ ਤਾਂ ਤੁਸੀਂ 11 ਵੀ ਬੋਲ ਦਿੰਦੇ ਤਾਂ ਵੀ ਕੋਈ ਇਸ਼ੂ ਨਹੀਂ ਸੀਗਾ, ਕਿਉਂਕਿ ਕੰਟੈਂਟ ਉੱਥੇ ਤਾਂ ਲਿਖਿਆ ਨਹੀਂ ਹੋਇਆ, ਤੁਸੀਂ ਤਾਂ ਆਪਣੇ ਆਪ ਬੋਲ ਰਹੇ ਹੋ ਨਾ, ਤਾਂ ਤੁਹਾਨੂੰ ਨਹੀਂ ਪਤਾ ਕਿ ਉਹਨੇ 10 to 11 ਦੇ ਵਿੱਚ ਵੀ ਅੱਗੇ ਉਹ ਕੀਤਾ। then you can say ਕਿ 11% ਹੈ, ਬਟ ਇਹ ਇਸੇ ਲਾਈਨ ਦੇ ਉੱਪਰ ਹੈ ਤਾਂ ਕਰਕੇ ਉਹਨੇ ਮੈਂਸ਼ਨ ਕੀਤਾ 10.2%। ਤੇ ਮਿਨੀਮਮ ਵੈਲਿਊ ਕਿਸ ਈਅਰ ਦੇ ਵਿੱਚ ਸ਼ੋ ਹੋ ਰਹੀ ਹੈ 2009, ਤੇ 2009 ਦੇ ਵਿੱਚ ਕਿੰਨੀ ਹੈ -15%। ਬਟ ਅਗਰ -15 ਦੀ ਗੱਲ ਕਰੋ ਤਾਂ ਇਸ ਲਾਈਨ ਤੇ ਹੈ, ਤਾਂ ਇੱਥੇ ਤੁਸੀਂ -14 ਵੀ ਬੋਲ ਸਕਦੇ ਹੋ, -13% ਵੀ ਬੋਲ ਸਕਦੇ ਹੋ, and other elements lie in between these two values। now overall image is very informative, ਤੁਸੀਂ ਇਹ ਵੀ ਬੋਲ ਸਕਦੇ ਹੋ। otherwise you can say ਕਿ overall this image gives the information about the fastest rate since August 2007। ਮੀਨਸ ਜੋ ਤੁਹਾਨੂੰ ਕੰਫਰਟੇਬਲ ਲੱਗਦਾ ਹੈ, ਜਿਸ ਨਾਲ ਤੁਹਾਡੀ ਫਲੂਐਂਸੀ ਇੰਪੈਕਟ ਨਹੀਂ ਹੋ ਰਹੀ, ਤੁਸੀਂ ਉਹ ਚੀਜ਼ ਉੱਥੇ ਮੈਂਸ਼ਨ ਕਰ ਸਕਦੇ ਹੋ। ਸੋ ਇਹ ਸਾਡੀ ਲਾਈਨ ਗ੍ਰਾਫ ਦੀ ਇਨਫੋਰਮੇਸ਼ਨ ਸੀ। ਹਾਂ, ਇਨ ਕੇਸ ਤੁਹਾਨੂੰ ਅੱਗੇ ਪ੍ਰੈਕਟਿਸ ਵਾਸਤੇ ਪੁੱਛਣਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ, ਮੀਨਸ ਮੈਂ ਪਰਸਨਲੀ ਤੁਹਾਨੂੰ ਐਡਵਾਈਸ ਕਰ ਦੇਵਾਂਗੀ ਤੁਸੀਂ ਕਿਵੇਂ ਇਸ ਚੀਜ਼ ਨੂੰ ਤਿਆਰ ਕਰਨਾ ਹੈ। ਤੇ ਨੈਕਸਟ ਆਪਾਂ ਗੱਲ ਕਰਦੇ ਹਾਂ ਪਾਈ ਚਾਰਟ ਦੀ। ਪਾਈ ਚਾਰਟ ਬਹੁਤ ਜ਼ਿਆਦਾ ਸਿੰਪਲ ਹੈ, ਮੀਨਸ ਮੇਰੇ ਅਕੋਰਡਿੰਗ ਇਹ ਫ੍ਰੀ ਦੇ ਮਾਰਕਸ ਨੇ, ਕਿਉਂਕਿ ਪਾਈ ਚਾਰਟ ਦੇ ਵਿੱਚ ਉਹਨੇ ਵੈਲਿਊਜ਼ ਐਜ਼ ਇਟ ਇਜ਼ ਲਿਖੀਆਂ ਹੁੰਦੀਆਂ। ਕਿਉਂਕਿ ਜੇ ਤੁਸੀਂ ਗੱਲ ਕਰੋ ਇੱਥੇ ਬਾਰ ਗ੍ਰਾਫ ਦੀ, ਤਾਂ ਬਾਰ ਗ੍ਰਾਫ 'ਚ ਤੁਸੀਂ ਵੈਲਿਊ ਫਾਈਂਡ ਆਊਟ ਕਰਨੀ ਸੀਗੀ, ਬਟ ਪਾਈ ਚਾਰਟ ਦੇ ਵਿੱਚ ਹਮੇਸ਼ਾ ਵੈਲਿਊ ਗਿਵਨ ਹੁੰਦੀ ਹੈ। ਤਾਂ ਪਾਈ ਚਾਰਟ ਦਾ ਫਸਟ ਪੁਆਇੰਟ ਉਹੀ ਆ ਗਿਆ, ਮਤਲਬ ਇਹ ਤੁਸੀਂ ਆਪਣੇ ਆਪ ਕਰਕੇ ਦੇਖਣਾ ਹੈ ਕਿ ਫਸਟ ਪੁਆਇੰਟ ਆਏਗਾ ਇਮੇਜ ਦਾ ਟਾਈਟਲ, ਤੇ ਇਮੇਜ ਦਾ ਟਾਈਟਲ ਇੱਥੇ ਕੀ ਹੈਗਾ ਐਵਰੇਜ ਕਾਸਟ ਆਫ ਰਨਿੰਗ ਅ ਕਾਫੀ ਸ਼ਾਪ, ਦਿਸ ਇਜ਼ ਦੀ ਟਾਈਟਲ ਆਫ ਦੀ ਇਮੇਜ। ਦੈਨ ਤੁਸੀਂ ਇੱਥੇ ਇਹ ਨਹੀਂ ਦੱਸ ਸਕਦੇ ਕਿ ਐਕਸ ਐਕਸਿਸ ਕੀ ਹੈ ਤੇ ਵਾਈ ਐਕਸਿਸ ਕੀ ਹੈ, ਕਿਉਂਕਿ ਪਾਈ ਚਾਰਟ ਦੇ ਵਿੱਚ ਕੋਈ ਐਕਸਿਸ ਨਹੀਂ ਹੁੰਦਾ। ਸੋ ਤੁਸੀਂ ਕੀ ਕਰਨਾ ਇੱਥੇ ਕਿ ਤੁਹਾਨੂੰ ਜਿਹੜਾ ਪਾਈ ਚਾਰਟ ਹੈ ਉਹ ਕਿਸ ਦੇ ਰਿਲੇਟਡ ਇਨਫੋਰਮੇਸ਼ਨ ਦੇ ਰਿਹਾ, ਮੀਨਸ ਉਹਦੇ ਵਿੱਚ ਕਿਹੜੇ ਪੁਆਇੰਟਸ ਕਵਰ ਅਪ ਕਰਨੇ ਹੈ, ਕਿਉਂਕਿ ਪਾਈ ਚਾਰਟ ਦੇ ਵਿੱਚ ਹਮੇਸ਼ਾ ਪਰਸੈਂਟੇਜ ਕਵਰ ਹੁੰਦੀ ਹੈ। ਤੁਸੀਂ ਪਾਈ ਚਾਰਟ ਮਤਲਬ ਕਦੋਂ ਬਣਾਉਂਦੇ ਹੋ, ਤਾਂ ਇੱਥੋਂ ਤੁਸੀਂ ਸਟਾਰਟ ਕਰ ਸਕਦੇ ਹੋ ਕਿ ਇਟ ਗਿਵਸ ਦੀ ਇਨਫੋਰਮੇਸ਼ਨ ਅਬਾਊਟ ਐਡਮਿਨ, ਲੀਜ਼ ਐਂਡ ਯੂਟਿਲਿਟੀਜ਼। ਉਸ ਤੋਂ ਬਾਅਦ ਮਾਰਕੀਟਿੰਗ ਬਾਰੇ ਦੱਸ ਰਿਹਾ ਤੁਹਾਨੂੰ, ਫੂਡ ਐਂਡ ਸਪਲਾਈ ਬਾਰੇ ਦੱਸ ਰਿਹਾ, ਦੈਨ ਨੈਕਸਟ ਪੁਆਇੰਟ ਇਜ਼ ਦੀ ਲੇਬਰ, ਐਂਡ ਫੋਰਥ ਪੁਆਇੰਟ ਇਜ਼ ਦੀ ਮਿਸਲੇਨੀਅਸ। ਮੀਨਸ
ਇਹ ਵਰਡਸ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ। ਉਸ ਤੋਂ ਬਾਅਦ ਅਗੇਨ ਤੁਸੀਂ ਇਹਦੇ 'ਚ ਇਹੀ ਦੱਸਣਾ ਹੈ ਕਿ ਮੈਕਸਿਮਮ ਵੈਲਿਊ ਕਿਹੜੇ ਪੁਆਇੰਟ ਤੇ ਸ਼ੋ ਹੋ ਰਹੀ ਹੈ। ਤਾਂ ਮੈਕਸਿਮਮ ਵੈਲਿਊ ਮੇਰੇ ਅਕੋਰਡਿੰਗ ਜਿਹੜੀ ਸ਼ੋ ਹੋ ਰਹੀ ਹੈ ਉਹ ਫੂਡ ਐਂਡ ਸਪਲਾਈ ਹੈ 22 to 30%, ਐਂਡ ਮਿਨੀਮਮ ਵੈਲਿਊ ਇਜ਼ ਦੀ ਮਿਸਲੇਨੀਅਸ 5%। ਮਾਰਕੀਟਿੰਗ ਦੀ ਜਿਹੜੀ ਵੈਲਿਊ ਹੈ 5 to 8% ਦੇ ਵਿੱਚ ਲਾਏ ਕਰ ਰਹੀ ਹੈ, ਸੋ ਜਿਹੜੀ ਮਿਨੀਮਮ ਰਹੇਗੀ ਉਹ ਮਿਸਲੇਨੀਅਸ ਹੀ ਰਹੇਗੀ, 5% ਰਹੇਗੀ। ਆਫਟਰ ਦੈਟ ਯੂ ਕੈਨ ਸੇ ਅਦਰ ਐਲੀਮੈਂਟਸ ਲਾਈ ਇਨ ਬਿਟਵੀਨ these two elements। ਉਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਕੋਲ ਟਾਈਮ ਹੈਗਾ, ਮਤਲਬ ਇਸ ਨਾਲ ਤੁਹਾਡੇ 32 ਜਾਂ 34 ਸੈਕਿੰਡਸ ਕੰਪਲੀਟ ਨਹੀਂ ਹੋ ਰਹੇ, ਤਾਂ ਤੁਸੀਂ ਇੱਕ ਜਿਹੜਾ ਇੰਟਰਮੀਡੀਏਟ ਹੈਗਾ ਉਹਦੀ ਵੈਲਿਊ ਦੱਸ ਸਕਦੇ ਹੋ। ਜਿਵੇਂ ਤੁਸੀਂ ਇੱਥੇ ਲੀਜ਼ ਐਂਡ ਯੂਟਿਲਿਟੀਜ਼ ਦੱਸ ਸਕਦੇ ਹੋ ਕਿ ਉਹ 10 to 12% ਲਾਈ ਕਰ ਰਿਹਾ ਹੈ। ਤਾਂ ਇਸ ਤਰ੍ਹਾਂ ਤੁਸੀਂ ਪਾਈ ਚਾਰਟ ਨੂੰ ਡਿਸਕ੍ਰਾਈਬ ਕਰ ਸਕਦੇ ਹੋ। Conclusion मतलब यही है, first you have to give the title of the image, then you can describe the different parameters that are covered in the pie chart, like ਔਰ ਕਈ ਬੱਚੇ ਕੀ ਕਰਦੇ ਆ ਕਿ ਕਹਿੰਦੇ ਆ ਕਿ ਆ ਜਿਹੜਾ ਐਡਮਿਨ ਹੈਗਾ ਉਹ ਬਲੂ ਕਲਰ ਨਾਲ ਕਵਰ ਕੀਤਾ ਹੈ, ਲੀਜ਼ ਐਂਡ ਯੂਟਿਲਿਟੀਜ਼ ਜਿਹੜਾ ਹੈਗਾ ਉਹ ਗ੍ਰੀਨ ਉਹਦੇ ਨਾਲ ਕਲਰ ਨਾਲ ਕਵਰ ਕੀਤਾ ਹੈ। ਬਟ ਜੇ ਤੁਸੀਂ ਇੱਥੇ ਗੱਲ ਕਰੋ ਤਾਂ ਇੱਥੇ ਕੰਟੈਂਟ ਦੇ ਵਿੱਚ ਕਲਰ ਤਾਂ ਕਿਤੇ ਵੀ ਨਹੀਂ ਹੈਗਾ, ਮਤਲਬ ਉਹ ਤਾਂ ਇੱਕ ਤਰ੍ਹਾਂ ਨਾਲ ਫਲੂਐਂਸੀ ਨੂੰ ਮੇਨਟੇਨ ਕਰਨ ਵਾਸਤੇ ਤੁਸੀਂ ਕਲਰ ਯੂਜ਼ ਕਰ ਰਹੇ ਹੋ। ਬਟ ਇਸ ਇਮੇਜ ਦੇ ਵਿੱਚ ਤੁਸੀਂ ਕਲਰ ਕਿਵੇਂ ਦੱਸੋਗੇ, ਕਿਉਂਕਿ ਬਲੂ ਕਲਰ ਤਾਂ 3 ਵਾਰ ਹੈ, ਤਾਂ ਤੁਸੀਂ ਲਾਈਟ ਬਲੂ, ਡਾਰਕ ਬਲੂ, ਇੰਟਰਮੀਡੀਏਟ ਬਲੂ ਤਾਂ ਨਹੀਂ ਕਹੋਗੇ। ਸੋ ਬੈਟਰ ਹੈ ਕਿ ਤੁਸੀਂ ਕਲਰ ਦੇ ਵਿੱਚ ਕਨਫਿਊਜ਼ ਨਾ ਹੋਵੋ, ਕਿਉਂਕਿ ਕੰਪਿਊਟਰ ਨੂੰ ਨਹੀਂ ਪਤਾ ਤੁਸੀਂ ਕਿਹੜੇ ਕਲਰ ਦੀ ਗੱਲ ਕਰ ਰਹੇ ਹੋ। ਕੰਟੈਂਟ ਦੇ ਵਿੱਚ ਕਲਰ ਇੱਥੇ ਕਿਤੇ ਵੀ ਮੈਂਸ਼ਨ ਨਹੀਂ ਹੈਗਾ। ਸੋ ਟਰਾਈ ਟੂ ਕਵਰ ਜੋ ਤੁਹਾਨੂੰ ਕੰਟੈਂਟ ਗਿਵਨ ਹੈਗਾ। ਜੇ ਤੁਹਾਡੇ ਕੋਲ ਟਾਈਮ ਹੈ ਤੁਸੀਂ ਕਹਿ ਸਕਦੇ ਹੋ ਕਿ ਐਡਮਿਨ ਹੈਵਿੰਗ 10 to 12%, ਲੀਜ਼ ਐਂਡ ਯੂਟਿਲਿਟੀਜ਼ ਹੈਵਿੰਗ 11 to 12%, ਮਾਰਕੀਟਿੰਗ ਇਜ਼ 5 to 8%। ਇਸ ਤਰ੍ਹਾਂ ਤੁਸੀਂ ਉਹਨੂੰ ਕਵਰ ਅਪ ਕਰ ਸਕਦੇ ਹੋ। ਤੇ ਨੈਕਸਟ ਮੈਂ ਗੱਲ ਕਰ ਰਹੀ ਹਾਂ ਫਲੋ ਚਾਰਟ ਦੀ। ਤੇ ਫਲੋ ਚਾਰਟ ਸਾਡੀ 4th ਟਾਈਪ ਆਉਂਦਾ ਹੈ। ਜਿਹੜਾ ਮੈਂ ਫਲੋ ਚਾਰਟ ਲਿਆ ਉਹ ਸਿੰਪਲ ਹੈ। ਵੈਸੇ ਤੁਸੀਂ ਹੋਰ ਵੀ ਗੱਲ ਕਰੋ ਤਾਂ ਫਲੋ ਚਾਰਟ ਬਹੁਤ ਸਿੰਪਲ ਹੁੰਦਾ ਹੈ ਕਿ ਜਾਂ ਤਾਂ ਯੈਸ ਹੈ ਜਾਂ ਨੋ ਹੈ। ਅਗਰ ਯੈਸ ਹੈ ਤਾਂ ਤੁਸੀਂ ਇਸ ਪੁਆਇੰਟ ਤੇ ਜਾਓਗੇ, ਤਾਂ ਨੋ ਹੈਗਾ ਤੁਸੀਂ ਨੈਕਸਟ ਪੁਆਇੰਟ ਤੇ ਜਾਓਗੇ। ਤਾਂ ਫਲੋ ਚਾਰਟ ਦੇ ਵਿੱਚ ਫਰਸਟ ਆ ਗਿਆ ਟਾਈਟਲ। ਟਾਈਟਲ ਕੀ ਹੈ ਇੱਥੇ, ਦੀ ਇੰਸਟੀਟਿਊਸ਼ਨਲ ਐਨਾਲਿਸਿਸ ਐਂਡ ਡਿਵੈਲਪਮੈਂਟ ਫਰੇਮਵਰਕ, ਦਿਸ ਇਜ਼ ਦੀ ਟਾਈਟਲ ਆਫ ਦੀ ਫਲੋ ਚਾਰਟ। ਦੈਨ ਫਲੋ ਚਾਰਟ ਦੇ ਵਿੱਚ ਮੈਕਸਿਮਮ ਤੇ ਮਿਨੀਮਮ ਕੁਝ ਵੀ ਨਹੀਂ ਹੋਏਗਾ। ਫਲੋ ਚਾਰਟ ਦਾ ਜਿਹੜਾ ਟੈਂਪਲੇਟ ਹੈ ਉਹ ਡਿਫਰੈਂਟ ਹੋਏਗਾ। ਕਈ ਕਹਿੰਦੇ ਆ ਕਿ ਕੁਝ ਵੀ ਆ ਜਾਵੇ, ਇੱਕ ਹੀ ਟੈਂਪਲੇਟ ਚੱਲਣਾ ਹੈ, ਬਟ ਐਵੇਂ ਕੁਝ ਨਹੀਂ ਹੁੰਦਾ। ਫਲੋ ਚਾਰਟ ਦੇ ਵਿੱਚ ਸਟੈਪਸ ਹੋਣਗੇ। ਜਿਵੇਂ ਇਹਦਾ ਸਭ ਤੋਂ ਪਹਿਲਾ ਸਟੈਪ ਹੈਗਾ ਪੋਲਿਸੀ ਰਿਫਾਰਮ। ਦੈਨ ਨੈਕਸਟ ਸਟੈਪ ਇਜ਼ ਦੀ ਕੰਟੈਕਸਟ। ਜਿਹੜਾ ਕੰਟੈਕਸਟ ਹੈ ਉਹਦੇ ਵਿੱਚ ਜਿਹੜੇ ਅੱਗੇ ਡਿਫਰੈਂਟ ਪੈਰਾਮੀਟਰਸ ਨੇ ਉਹ ਬਾਇਓਫਿਜ਼ੀਕਲ ਇਨਵਾਇਰਨਮੈਂਟ, ਸੋਸ਼ੋ ਇਕਨੋਮਿਕ ਕੰਡੀਸ਼ਨਸ ਐਂਡ ਦੀ ਇੰਸਟੀਟਿਊਸ਼ਨਲ ਅਰੇਂਜਮੈਂਟ। ਐਂਡ ਥਰਡ step is the, if you complete these all steps, then third step is the action arena, and it will contain actors and the action situations. Next, fourth step is the patterns of interaction, and it is the information flow learning conditions. Next step is the evaluative criteria. ਜਦੋਂ evaluation criteria ਹੋ ਗਿਆ, then it will give the outcome. Then again outcome is further given to the context and the action arena. Means ਤੁਸੀਂ ਇੱਥੇ ਕੋਈ maximum ਜਾਂ minimum ਨਹੀਂ ਦੱਸਣਾ। If your result is true, then you will given to the next point. If your result is not true, then again to come to the ਫਰਦਰ ਜਿਹੜਾ ਤੁਹਾਡਾ ਪੁਆਇੰਟ ਸੀਗਾ ਤੁਸੀਂ ਉੱਥੇ ਆਓਗੇ। ਤਾਂ ਅੱਜ ਦੇ ਲੈਕਚਰ ਲਈ ਸਿਰਫ ਇੰਨਾ ਹੀ ਸੀਗਾ, ਮਤਲਬ ਮੈਂ ਸਿਰਫ ਇਹੀ ਚੀਜ਼ਾਂ ਕਵਰ ਕੀਤੀਆਂ ਕਿਉਂਕਿ ਕੁਝ ਟਾਈਮ ਲਿਮਿਟਸ ਹੁੰਦੇ ਨੇ ਤਾਂ ਉਸ ਦੇ ਅਕੋਰਡਿੰਗ ਹੀ ਮੈਂ ਵੀਡੀਓ ਬਣਾ ਸਕਦੀ ਹਾਂ। ਤੇ ਉਸ ਤੋਂ ਬਾਅਦ ਮੈਂ ਅੱਗੇ ਸਟੈਪ ਤੁਹਾਡੇ ਨਾਲ ਹੋਰ ਕਵਰ ਕਰਾਂਗੀ, ਅਗਲੀਆਂ ਜਿਹੜੀਆਂ ਸਾਡੀਆਂ ਇਮੇਜਸ ਰਹਿ ਗਈਆਂ। ਤੇ ਜੇ ਤੁਹਾਨੂੰ ਕੁਝ ਵੀ ਡਾਊਟਸ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਜੇ ਤੁਹਾਨੂੰ ਪ੍ਰੈਕਟਿਸ ਵਾਸਤੇ ਕੁਝ ਜ਼ਰੂਰਤ ਹੈਗੀ ਹੈ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, ਕਮੈਂਟ ਬਾਕਸ ਦੇ ਵਿੱਚ ਮੈਨੂੰ ਕੰਟੈਕਟ ਕਰ ਸਕਦੇ ਹੋ। ਤੇ ਮੇਰੀ ਵੀਡੀਓਜ਼ ਨੂੰ ਲਾਈਕ ਕਰਨਾ ਨਾ ਭੁੱਲਿਓ, ਤੇ ਜਿੰਨਾ ਜ਼ਿਆਦਾ ਤੁਸੀਂ ਸ਼ੇਅਰ ਕਰ ਸਕਦੇ ਹੋ ਤਾਂ ਪਲੀਜ਼ ਇਹਨਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਕੰਮ ਆ ਸਕਣ। ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।